न्यूज़ 18 पंजाब देख रहे सारे दर्शकों का स्वागत है। मैं हाँ विजयपाल बराड़। सब तो पहला गल एसजीपीसी ते सिख जथेबंदियां छोए टकरा दी। एसजीपीसी दी टास्क फोर्स ते सिख जथेबंदियां च अज जोरदार झड़पां हुईयां। दोवां धिरां च जम के तलवारां चलियां। दोवें धिरां दे बंदे जख्मी होए हस्पतालां दे विच दाखिल ने। हरमंदर साहिब कंपलैक्स दे विच एसजीपीसी दफ्तर दे बाहर यह झगड़ा होया जदों एक दूजे ते डांगा किरपानां चलाईयां गईयां। दोवां धिरां ने एक दूसरे ते कुੱਟਮਾਰ ਦੇ इल्जाम लाए ने। देर शाम जदों एसजीपीसी ਦੇ ਮੁਲਾਜ਼ਮ एक इनोवा ਗੱਡੀ ਦੇ ਵਿੱਚ ਜਾ ਰਹੇ ਸੀ ਤਾਂ ਉਸ ਵੇਲੇ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਲੋਕ ਸੀ ਉਹਨਾਂ ਨੇ ਗੁੱਸੇ 'ਚ ਆ ਕੇ ਇਹਨਾਂ ਮੁਲਾਜ਼ਮਾਂ ਦੀ ਗੱਡੀ ਘੇਰ ਲਈ ਤੇ ਇਸ ਗੱਡੀ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ। ਸਿੱਖ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਨੇ ਉਹਨਾਂ ਤੇ ਇਹ ਇਲਜ਼ਾਮ ਲੱਗੇ ਨੇ ਪੰਨ ਤੋੜ ਕਰਨ ਦੇ। ਦਰਅਸਲ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਏ ਨੇ ਉਹਨਾਂ ਸਰੂਪਾਂ ਦੇ गायब होने ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਲਗਾਤਾਰ ਧਰਨੇ ਤੇ ਬੈਠੀਆਂ ਸੀ। 40 ਦਿਨ ਤੋਂ ਇਹ ਧਰਨਾ ਚੱਲ ਰਿਹਾ ਸੀ। ਕਈ ਵਾਰ ਐਸਜੀਪੀਸੀ ਨਾਲ ਗੱਲਬਾਤ ਵੀ ਹੋਈ ਪਰ ਕਿਸੇ ਸਿਰੇ ਨਹੀਂ ਲੱਗੀ। ਇਹ ਲੋਕ ਉਹਨਾਂ ਵਿਅਕਤੀਆਂ ਦੇ ਖਿਲਾਫ ਸਖਤ ਤੇ ਕਾਨੂੰਨੀ ਕਾਰਵਾਈ ਚਾਹੁੰਦੇ ਸੀ ਔਰ ਉਸੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ। ਅੱਜ ਅਚਾਨਕ ਝੜਪ ਹੋ ਗਈ ਤੇ ਉਸ ਤੋਂ ਬਾਅਦ ਫਿਰ खूब हंगामा होया, खूब डांगा चलियां, खूब तलवारां चलियां। दोनों धिरां दे लोग जख्मी होए हस्पतालों दे विच दाखिल ने। ये दो तस्वीरां असीं दिखा रहे हैं। एक पासे जिहड़े सिख जथेबंदियां दे लोग ने जख्मी ने उन्हां नूं लिआंदा जा रहा है। दूसरे पासे जिहड़ी एसजीपीसी दे मुलाजमां दी गड्डी है उन्हां नूं तोड़िया गया, गड्डी दे शीशे तोड़े गए। ये तस्वीरां भी देर शाम निकल के सामने आईयां। गुरचरण सिंह गरेवाल साडे नाल जुड़े ने। एसजीपीसी का प्रतिक्रम जानना चाहांगे। श्रोमणी कमेटी मैंबर ने। गरेवाल साहब, जो कुछ अज देखने दे विच नज़र आया, जो कुछ घटनाक्रम पूरा वापरिया अमृतसर दे विच, अपने आप दे विचों बड़ा मंदभागा है। इस तो इलावा होर कोई लफज नहीं है इस पूरे घटनाक्रम नूं बयान करन दे लई। पर यह सब कुछ होया क्यों? इत्थों तक कि एसजीपीसी ते इल्जाम लगे कि उन्होंने अज एक तरीके नाल डिटेंशन सेंटर बना लिया एसजीपीसी दे जिहड़े दफ्तर नूं, और दूसरे पासे ਜਿਹੜੇ टास्क फोर्स ਦੇ ਬੰਦੇ ਨੇ ਜਾਂ ਉੱਥੇ ਜਿਹੜੇ ਮੌਜੂਦ ਸੀਗੇ ਲੋਕ ਉਹ ਕਹਿ ਰਹੇ ਨੇ ਕਿ ਸਿੱਖ ਜਥੇਬੰਦੀਆਂ ਨੇ ਪਹਿਲਾਂ ਇਸ ਤੇ ਅਟੈਕ ਕੀਤਾ। ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਨੇ ਵੀ ਕੀਤਾ ਹੋਵੇ? ਸ਼ਰਮ ਨਾਲ ਸਿਰ ਤੇ ਸਿੱਖਾਂ ਦਾ ਹੀ ਝੁਕਿਆ। ਦੇਖੋ ਵਿਜੇਪਾਲ ਜੀ, ਇਹ ਬੜੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਬੜੀਆਂ ਇੱਕ ਸਾਜ਼ਿਸ਼ੀ ਸ਼ਕਤੀਆਂ ਸਾਡੇ ਸਿੱਖਾਂ ਦੇ ਭੇਸ ਦੇ ਵਿੱਚ ਸਿਸਟਮ ਨੂੰ ਬਦਨਾਮ ਕਰਨ ਲਈ, ਸਿਸਟਮ ਨੂੰ ਤਹਿਸ-ਨਹਿਸ ਕਰਨ ਲਈ ਬਹੁਤ ਸਾਰੀਆਂ ਸ਼ਕਤੀਆਂ ਕੰਮ ਕਰ ਰਹੀਆਂ। ਤੁਹਾਡੀ ਇਸ ਸਟੇਜ ਤੋਂ ਬਹੁਤ ਵਾਰ ਇਸ ਬਾਰੇ ਵਿਚਾਰ ਹੋਈ ਆ ਜੀ। ਜੇ ਪ੍ਰਦਰਸ਼ਨ ਕੀਤਾ ਜਾਣਾ, ਜੇ ਲੌਂਗੋਵਾਲ 'ਚ ਮਾਨ ਸਾਹਿਬ ਪ੍ਰਦਰਸ਼ਨ ਕਰ ਰਹੇ ਨੇ, ਕੀ ਉਹ ਪ੍ਰਦਰਸ਼ਨ ਨਹੀਂ ਹੈ? ਕਿ ਉਹਨਾਂ ਦੇ ਮਨ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਦੇ ਪ੍ਰਤੀ ਕੋਈ ਘੱਟ ਹੈ ਉਹਨਾਂ ਦੇ ਅੰਦਰ ਰੋਸ? ਕੀ ਪਿਛਲੇ ਸਮੇਂ 'ਚ ਆਪਣੇ ਸੁਖਦੇਵ ਸਿੰਘ ਢੀਂਡਸਾ ਗਰੁੱਪ ਦੇ ਲੋਕ ਜਿਹੜੇ ਆ ਉਹ ਆਪਣੇ ਤੌਰ ਤੇ ਰੋਸ ਜ਼ਾਹਰ ਕਰਨ ਲਈ ਪ੍ਰਧਾਨ ਜੀ ਨੂੰ ਮਿਲੇ, ਬੜੇ ਚੰਗੇ ਮਾਹੌਲ 'ਚ ਗੱਲ ਹੋਈ ਆ। ਇਹ ਬਾਕੀ ਹੋਰ ਜਿੰਨੇ ਪਿਛਲੇ ਦਿਨਾਂ 'ਚ ਮਾਨ ਸਾਹਿਬ ਇੱਥੇ ਆਏ ਉਹ ਅਕਾਲ ਤਖ਼ਤ ਸਾਹਿਬ ਦੇ ਕੋਲੇ ਬੈਠ ਕੇ ਉਹਨਾਂ ਨੇ ਇਸ ਗੱਲ ਦਾ ਪ੍ਰਦਰਸ਼ਨ ਕੀਤਾ, ਰੋਸ ਕੀਤਾ। ਇੱਕ ਲੋਕਤੰਤਰ ਹੈ, ਸਾਨੂੰ ਕਹਿਣਾ ਵਾਲਿਆਂ ਨੂੰ ਕਹਿਣਾ ਚਾਹੀਦਾ, ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਣਾ ਚਾਹੀਦਾ। ਪਰ ਤੁਸੀਂ ਇਹ ਵੇਖੋ ਕਿ ਕਿੰਨੇ ਦਿਨਾਂ ਤੋਂ ਇੱਥੇ ਬੈਠ ਕੇ ਇਹ ਸਾਡੇ ਜਿਹੜੇ ਭਰਾ ਕੀ ਕਹਿਣਾ ਚਾਹੁੰਦੇ ਆ। ਤੁਸੀਂ ਵਿਜੇਪਾਲ ਜੀ ਉੱਥੇ ਸ਼ਾਇਦ ਨਹੀਂ ਗਏ ਹੋਗੇ ਜੀ। ਉਸ ਦਰਬਾਰ ਸਾਹਿਬ ਦੇ ਅੰਦਰ ਕੀਰਤਨ, ਗੁਰਬਾਣੀ, ਕਥਾ ਦਾ ਪ੍ਰਵਾਹ ਚੱਲਦਾ, ਪਰ ਉੱਥੇ ਜੋ ਸਪੀਕਰ ਬਣ ਕੇ ਜੋ ਕੁਝ ਕਿਹਾ ਜਾਂਦਾ ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ? ਸਿਰਫ ਇਸ ਕਰਕੇ ਜੋ ਅੱਜ ਵਾਪਰਿਆ, ਤੁਹਾਨੂੰ ਅਸੀਂ ਚਾਹਾਂਗੇ ਕਿ ਤੁਸੀਂ ਇਸ ਗੱਲ ਲਈ ਬਿਲਕੁਲ ਨਿਰਪੱਖ ਹੋ ਕੇ ਇਸ ਗੱਲ ਦਾ ਫੈਸਲਾ ਕਰੋ। ਇੰਨੇ ਦਿਨ ਤੋਂ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਰਹੇ, ਸਾਡੇ ਦਰਵਾਜ਼ੇ ਦੇ ਗੇਟ ਦੇ ਸਾਹਮਣੇ ਬਹਿ ਕੇ ਸਾਰਾ ਕੁਝ ਕੀਤਾ ਜਾ ਰਿਹਾ। ਨਹੀਂ ਫਿਰ ਅੱਜ ਐਸਾ ਕੀ ਹੋਇਆ ਗਰੇਵਾਲ ਸਾਹਿਬ? ਅੱਜ ਮੈਂ ਦੱਸ ਰਿਹਾ ਕਿ ਅੱਜ ਤੁਹਾਨੂੰ ਇਸ ਗੱਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਜਿਹੜਾ ਗੇਟ ਹੈ ਉਹ ਬੰਦ ਜਿੰਦਾ ਲਾ ਦਿੱਤਾ ਗਿਆ। ਨਹੀਂ, ਉਹ ਬਿਲਕੁਲ ਪਤਾ ਹੈ ਜੀ ਸਾਨੂੰ, ਅਸੀਂ ਉਹ ਦੱਸ ਵੀ ਰਹੇ ਹਾਂ ਸਵੇਰ ਤੋਂ। ਜਿਹੜਾ ਛੋਟਾ ਗੇਟ ਹੈ ਉਹਨੂੰ ਬੰਦ ਕਰਕੇ ਉੱਥੇ ਬਿਸਤਰਾ ਵਿਛਾ ਲਿਆ ਗਿਆ। ਹੁਣ ਮੈਨੂੰ ਇਹ ਤੁਸੀਂ ਦੱਸੋ ਕਿ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹੀ ਆ ਬਈ ਇੱਥੇ ਝਗੜਾ ਹੋਵੇ। ਜਿਹੜੇ ਲੋਕ ਇੱਥੇ ਝਗੜਾ ਕਰਾਉਣਾ ਚਾਹੁੰਦੇ ਆ, ਬਦਨਾਮ ਕਰਨਾ ਚਾਹੁੰਦੇ ਆ, ਉਹਨਾਂ ਦੇ ਹੱਥ ਹੋ ਕੇ ਬਣੇ ਕਿ ਨਹੀਂ ਬਣੇ? ਸੋ ਵੇਖੋ, ਸੰਗਤ ਸਾਰੀ ਜਾਣਦੀ ਆ ਇਹਨਾਂ ਦੀ ਇਸ ਗੱਲ ਨੂੰ। ਕਹਿੰਦੇ ਸ਼ਾਂਤਮਈ ਧਰਨਾ, ਜੇ ਸ਼ਾਂਤਮਈ ਬੈਠੇ ਤਾਂ ਬੈਠੇ ਰਹਿੰਦੇ, ਅਸੀਂ ਤਾਂ ਬੈਠੇ ਰਹਿਣ ਦਿੱਤਾ।
ਤੁਸੀਂ ਅੱਛਾ, ਇੰਨੇ ਦਿਨਾਂ ਦੇ ਵਿੱਚ ਗਰੇਵਾਲ ਸਾਹਿਬ ਕੋਈ ਕੋਸ਼ਿਸ਼ ਹੋਈ ਸੀ ਇਸ ਨੂੰ ਸੌਟ ਆਊਟ ਕਰਨ ਦੀ? ਕੋਈ ਗੱਲਬਾਤ? ਕੋਸ਼ਿਸ਼ ਇੱਕ ਵਾਰ ਨਹੀਂ, ਅਨੇਕਾਂ ਵਾਰ ਕੋਸ਼ਿਸ਼ ਹੋਈ ਆ। ਇਹਨਾਂ ਨੇ ਵੀ ਇਹ ਗੱਲ ਦੱਸੀ ਆ। ਤੁਸੀਂ ਦੱਸੋ ਜੀ, ਇੱਥੇ ਬੈਠੇ ਨੇ, ਇਹਨਾਂ ਨੂੰ ਪ੍ਰਸ਼ਾਦਾ ਪਾਣੀ ਗੁਰੂ ਕਾ, ਅਸੀਂ ਉਹ ਗੱਲ ਦੀ ਗੱਲ ਨਹੀਂ ਕਰਦੇ, ਕਮਰੇ ਮਿਲਦੇ ਆ, ਹਰ ਗੱਲ ਦੀ ਇਹਨਾਂ ਨਾਲ ਸਤਿਕਾਰ, ਇਹਨਾਂ ਦਾ ਮਾਣ ਹੁੰਦਾ। ਕਿੰਨੀ ਵਾਰ ਹੋਇਆ, ਅੱਜ ਵੀ ਇਹਨਾਂ ਵੱਲੋਂ ਝਗੜਾ ਕੀਤਾ ਗਿਆ। ਤੁਸੀਂ ਕਿਤੇ ਦੇਖੋ, ਤੁਹਾਡਾ ਕੈਮਰਾਮੈਨ ਉੱਥੇ ਜਾਵੇ, ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਉਹਨਾਂ ਦੇ ਢਿੱਡ ਪਾੜ ਦਿੱਤੇ ਗਏ ਨੇ। ਮਤਲਬ ਇਸ ਕਰਕੇ ਕਿਉਂਕਿ ਉਹ ਹਥਿਆਰ ਤੋਂ ਵਾਂਝੇ ਸੀ, ਇਸ ਕਰਕੇ ਜੀ ਅਸੀਂ ਉੱਥੇ ਪ੍ਰਬੰਧ ਚਲਾ ਰਹੇ ਹਾਂ। ਪ੍ਰਬੰਧ ਸ਼੍ਰੋਮਣੀ ਕਮੇਟੀ ਦੀ ਚੋਣ ਆ ਗਈ ਆ, 6 ਮਹੀਨੇ ਨੂੰ ਆ ਜੇ, ਸਾਲ ਨੂੰ ਆ ਜੇ, ਜਿਹੜੇ ਲੋਕ ਕਹਿੰਦੇ ਆ ਪ੍ਰਬੰਧ ਚਲਾਉਣ, ਪ੍ਰਬੰਧ ਚਲਾ ਕੇ ਦਿਖਾਓ। ਠੀਕ ਹੈ। ਉਹ ਦੇਖੋ, ਇਹ ਗੁਰੂ ਘਰ ਦੇ ਅੰਦਰ ਇਸ ਤਰ੍ਹਾਂ ਦੀ ਖਾਨਾ ਜੰਗੀ ਜਿਹੜੇ ਲੋਕ ਕਰ ਰਹੇ ਆ। ਮੈਂ ਬੇਨਤੀ ਕਰਾਂਗਾ ਤੁਹਾਨੂੰ, ਸੰਗਤ ਨੂੰ, ਕਿ ਇਸ ਪ੍ਰਬੰਧ ਦੇ ਵਿੱਚ ਜਿਹੜਾ ਦਖਲ ਦਿੱਤੇ ਜਾ ਰਹੇ ਆ ਉਹਨਾਂ ਦੇ ਬਾਰੇ ਸਪਸ਼ਟ ਕੀਤਾ ਜਾਵੇ। ਠੀਕ ਹੈ, ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣਾ ਪ੍ਰਤੀਕਰਮ ਦੇਣ ਲਈ। ਤਾਂ SGPC ਵੱਲੋਂ ਇਸ ਪੂਰੇ ਮਾਮਲੇ ਤੇ ਪ੍ਰਤੀਕਰਮ ਹੈ ਕਿ ਉਹਨਾਂ ਨੂੰ ਉਕਸਾਇਆ ਗਿਆ ਜਾਂ ਪਹਿਲ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ, ਪਰ ਸਿੱਖ ਜਥੇਬੰਦੀਆਂ SGPC ਤੇ ਇਲਜ਼ਾਮ ਲਾ ਰਹੀਆਂ। ਤੇ ਖਬਰ ਚੰਡੀਗੜ੍ਹ ਤੋਂ। ਚੰਡੀਗੜ੍ਹ 'ਚ ਅੱਜ ਆਮ ਆਦਮੀ ਪਾਰਟੀ ਵੱਲੋਂ ਹੱਲਾ ਬੋਲਿਆ ਗਿਆ। ਦਰਅਸਲ BJP ਪ੍ਰਧਾਨ JP ਨੱਡਾ ਦੇ ਬਿਆਨ ਦਾ ਵਿਰੋਧ ਕਰਦੇ ਹੋਏ BJP ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਚੰਡੀਗੜ੍ਹ ਸੈਕਟਰ 37 ਦੇ ਵਿੱਚ, ਜਿੱਥੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ ਤੇ ਆਪ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਚੰਡੀਗੜ੍ਹ ਪੁਲਿਸ ਵੱਲੋਂ ਵਰਕਰਾਂ ਨੂੰ ਖਿਡਾਉਣ ਲਈ ਵਾਟਰ ਕੈਨਨ ਦਾ ਇਸਤੇਮਾਲ ਸ਼ੁਰੂ ਹੋ ਚੁੱਕਿਆ। ਕਿਸਾਨਾਂ ਦੇ ਮੁੱਦੇ ਤੇ ਸਿਆਸਤ ਜਾਰੀ ਹੈ ਤੇ PM ਮੋਦੀ ਤੇ JP ਨੱਡਾ ਦੇ ਬਿਆਨ ਤੇ ਸਿਆਸਤ ਹੋਰ ਵੀ ਗਰਮਾ ਗਈ ਹੈ। ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੇ ਹੱਲਾ ਬੋਲਿਆ। ਬਰਨਾਲਾ ਤੋਂ ਵਿਧਾਇਕ ਮੀਤ ਹੇਰ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ BJP ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਰੋਕ ਲਿਆ। ਇਸ ਦੌਰਾਨ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਝੜਪ ਹੋ ਗਈ। ਮਜਬੂਰਨ ਪੁਲਿਸ ਨੂੰ ਉਹਨਾਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਕਰਨਾ ਪਿਆ। ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗ੍ਰਿਫਤਾਰ ਵੀ ਕੀਤਾ। ਜਿਹੜੇ ਇਹ ਆਰਡੀਨੈਂਸ ਲੈ ਕੇ ਆਇਆ, ਇਸੇ ਦੇ ਵਿਰੋਧ 'ਚ ਅੱਜ ਅਸੀਂ ਇੱਥੇ ਪ੍ਰਦਰਸ਼ਨ ਕੀਤਾ ਸੀ ਤੇ ਸਾਡੇ ਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਨੇ, ਸਾਡੇ ਨਾਲ ਧੱਕਾ ਮੁੱਕੀ ਕੀਤਾ ਗਿਆ ਤੇ ਸਾਨੂੰ ਤਾਕਤ ਦੇ ਨਸ਼ੇ 'ਚ ਧੁੱਤ ਸਰਕਾਰ ਹੈ ਜਿਹੜੀ ਕਿਸਾਨਾਂ ਨੂੰ ਦਲਾਲ ਕਹਿੰਦੀ ਹੈ। ਜਿਹੜੇ ਇਹਨਾਂ ਦੇ ਪ੍ਰਧਾਨ ਨੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਦਲਾਲ ਕਿਹਾ, ਉਹਦੇ ਵਿਰੁੱਧ ਅੱਜ ਅਸੀਂ BJP ਦਫ਼ਤਰ ਦਾ ਘਿਰਾਓ ਕਰਨ ਲਈ ਅੱਜ ਇੱਥੇ ਪਹੁੰਚੇ ਸੀ ਕਿ ਜਿਹੜੇ BJP ਦੇ ਪ੍ਰਧਾਨ ਨੇ ਉਹ ਪੰਜਾਬ ਦੇ ਕਿਸਾਨ ਜਿਹੜਾ ਅੰਨਦਾਤਾ, ਜਿਹੜਾ ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ, ਉਹਦੇ ਤੋਂ ਮਾਫੀ ਮੰਗੇ। ਪਰ ਸਾਨੂੰ ਅੱਜ ਕਿ ਜੋ ਧਰਨੇ ਪੰਜਾਬ ਦੇ ਵਿੱਚ ਲਾਏ ਜਾ ਰਹੇ ਨੇ। ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ PM ਮੋਦੀ ਤੇ JP ਨੱਡਾ ਨੇ ਕਿਸਾਨਾਂ ਨੂੰ ਵਿਚੋਲੀਆ ਬੋਲਿਆ, ਜਿਸ ਦੇ ਲਈ BJP ਮਾਫੀ ਮੰਗੇ ਤੇ ਜਦੋਂ ਤੱਕ ਮਾਫੀ ਨਹੀਂ ਮੰਗੇਗੀ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਟਿਕਟ ਤੋਂ ਰੋਹਿਤ ਬਾਂਸਲ, ਨਿਊਜ਼ 18। ਤੇ ਉਧਰ ਲੁਧਿਆਣਾ 'ਚ ਅੱਜ ਭਾਰਤੀ ਜਨਤਾ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਆਮੋ ਸਾਹਮਣੇ ਆ ਗਏ। ਦੋਵਾਂ ਧਿਰਾਂ ਵਿਚਕਾਰ ਉੱਥੇ ਵੀ ਜੰਮ ਕੇ ਝੜਪ ਹੋਈ। ਸਥਿਤੀ ਤਣਾਅਪੂਰਨ ਹੋ ਗਈ। ਮੌਕੇ ਤੇ ਪੁਲਿਸ ਪਹੁੰਚੀ ਤੇ ਬੜੀ ਮੁਸ਼ਕਲ ਨਾਲ ਵਰਕਰਾਂ ਨੂੰ ਸ਼ਾਂਤ ਕਰਵਾਇਆ ਗਿਆ। ਪੂਰਾ ਮਾਮਲਾ ਕੀ ਸੀ, ਕਿਉਂ ਇਹ ਝੜਪ ਹੋਈ, ਕਿਉਂ ਤਲਖੀ ਭਰਿਆ ਮਾਹੌਲ ਬਣਿਆ, ਇਸ ਰਿਪੋਰਟ ਦੇ ਜ਼ਰੀਏ ਦਿਖਾਉਂਦੇ ਹਾਂ। ਅੰਨਦਾਤਾ ਦੇ ਅੰਦੋਲਨ ਦੇ ਵਿਚਕਾਰ ਸਿਆਸੀ ਪਾਰਟੀਆਂ ਨੂੰ ਅਚਾਨਕ ਤੋਂ ਅੰਬੇਡਕਰ ਯਾਦ ਆਉਣ ਲੱਗੇ। ਆਲਮ ਇਹ ਹੈ ਕਿ ਪੂਰੇ ਦੇਸ਼ ਨੂੰ ਇੱਕ ਸੰਵਿਧਾਨ ਦੇ ਨਾਲ ਬੰਨ੍ਹਣ ਵਾਲੇ ਡਾਕਟਰ ਅੰਬੇਡਕਰ ਨੂੰ ਹੀ ਸਿਆਸੀ ਖੇਮਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਤੇਰੇ ਅੰਬੇਡਕਰ ਮੇਰੇ ਅੰਬੇਡਕਰ ਦੀ ਲੜਾਈ ਹੈ, ਜੋ ਪਹਿਲਾਂ ਨਵਾਂ ਸ਼ਹਿਰ ਦੇ ਵਿੱਚ ਨਜ਼ਰ ਆਈ ਤੇ ਹੁਣ ਲੁਧਿਆਣਾ ਵਿੱਚ। ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ BJP ਦਲਿਤਾਂ ਦੇ ਸਹਾਰੇ ਮੈਦਾਨ ਦੇ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ, ਪਰ ਦਲਿਤਾਂ ਦੇ ਦਮ ਤੇ ਡਾਕਟਰ ਅੰਬੇਡਕਰ ਦੇ ਨਾਮ ਦੇ ਨਾਲ ਵਜੂਦ ਦੇ ਵਿੱਚ ਆਈਆਂ ਪਾਰਟੀਆਂ ਨੂੰ ਇਹ ਜ਼ਰਾ ਵੀ ਰਾਸ ਨਹੀਂ ਆ ਰਿਹਾ।
ਇਸ ਲਈ ਪਹਿਲਾਂ ਨਵਾਂ ਸ਼ਹਿਰ 'ਚ ਡਾਕਟਰ ਅੰਬੇਡਕਰ ਦੇ ਬੁੱਤ ਨੂੰ ਹਾਰ ਚੜਾਉਣ ਨੂੰ ਲੈ ਕੇ ਬੀਜੇਪੀ ਦਾ ਵਿਰੋਧ ਹੋਇਆ ਤੇ ਫਿਰ ਉਸੇ ਵਿਰੋਧ ਦੇ ਵਿਰੋਧ 'ਚ ਜਦੋਂ ਬੀਜੇਪੀ ਦੇ ਨੇਤਾ ਲੁਧਿਆਣਾ 'ਚ ਅੰਬੇਡਕਰ ਦੇ ਬੁੱਤ ਦੇ ਹੇਠਾਂ ਬੈਠੇ ਤਾਂ ਸਾਹਮਣੇ ਬਹੁਜਨ ਸਮਾਜ ਪਾਰਟੀ ਖੜੀ ਹੋ ਗਈ। ਨਤੀਜਾ ਇਹ ਹੋਇਆ ਕਿ ਪੁਲਿਸ ਨੂੰ ਵਿਚਕਾਰ ਬਚਾਅ ਦੇ ਲਈ ਉਤਰਨਾ ਪਿਆ, ਨਹੀਂ ਤਾਂ ਬੀਜੇਪੀ ਤੇ ਬੀਐਸਪੀ ਦੋਵਾਂ ਨੇ ਹੀ ਅੰਬੇਡਕਰ ਦੇ ਨਾਮ ਤੇ ਆਰ-ਪਾਰ ਦੀ ਲੜਾਈ ਦਾ ਮਨ ਬਣਾ ਲਿਆ ਸੀ। ਸਾਡੇ ਕਾਰਜਕਰਤਾ ਦੇ ਕੱਪੜੇ ਫਾੜ ਦਿੱਤੇ ਜਾਂਦੇ ਆ। ਉਹਦੇ ਬਾਅਦ ਅਸੀਂ ਸ਼ਾਂਤੀਮਈ ਢੰਗ ਦੇ ਨਾਲ ਅਗਰ ਪੂਰੇ ਪੰਜਾਬ ਦੇ ਅੰਦਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਪਾਲ ਅਰਪਣ ਕਰਨਾ ਨੇ ਤਾਂ ਉਹ ਇਹ ਗੁੰਡੇ ਇਸ ਤਰ੍ਹਾਂ ਦਾ ਵਾਤਾਵਰਨ ਬਣਾਉਂਦੇ ਆ। ਦਲਿਤਾਂ ਨੂੰ ਲੈ ਕੇ ਬੀਐਸਪੀ ਦੀ ਆਪਣੀ ਸਿਆਸਤ ਹੈ, ਪਰ ਸੂਬਾ ਸਰਕਾਰ ਦੇ ਖਿਲਾਫ ਦਲਿਤ ਇਨਸਾਫ ਮਾਰਚ ਕੱਢ ਚੁੱਕੀ ਬੀਜੇਪੀ ਵੀ ਦਲਿਤਾਂ ਨੂੰ ਲੈ ਕੇ ਤਿਆਰ ਹੈ। ਇਲਜ਼ਾਮ ਇਹ ਨੇ ਕਿ ਕੁਝ ਪਾਰਟੀਆਂ ਡਾਕਟਰ ਭੀਮ ਰਾਓ ਅੰਬੇਡਕਰ ਤੇ ਆਪਣਾ ਕਾਪੀਰਾਈਟ ਸਮਝ ਬੈਠੀਆਂ ਨੇ। ਬਾਬਾ ਸਾਹਿਬ ਅੰਬੇਡਕਰ ਜੀ ਦੇ ਮੂਰਤੀ ਦੇ ਉੱਪਰ ਅਸੀਂ ਫੁੱਲ ਉਹਨਾਂ ਦੇ ਮਾਣ ਸਤਿਕਾਰ ਵਾਸਤੇ ਅਸੀਂ ਫੁੱਲ ਵਰਸ਼ਾ ਕਰਨ ਆਏ ਔਰ ਕੁਝ ਗੁੰਡੇ ਲੋਕਾਂ ਨੇ ਆ ਕੇ ਹੱਲਾ ਗੁੱਲਾ ਕਰ ਰਹੇ ਨੇ। ਸਾਡੀ ਆਵਾਜ਼ ਨੂੰ ਦਬਾ ਨਹੀਂ ਪਾਉਂਦੇ। ਸਿਆਸੀ ਪਾਰਟੀਆਂ ਦਾ ਦਲਿਤ ਪ੍ਰੇਮ ਜਾਗਣਾ ਜ਼ਿਆਦਾ ਹੈਰਾਨ ਇਸ ਲਈ ਨਹੀਂ ਕਰਦਾ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਦਲਿਤ ਆਬਾਦੀ ਵਾਲੇ ਪੰਜਾਬ 'ਚ 2022 ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਇਸੇ ਹੀ ਸੂਬੇ 'ਚ ਕਿਸਾਨਾਂ ਦੇ ਮਸਲੇ ਤੇ ਹਰ ਪਾਸਿਓਂ ਘਿਰੀ ਹੋਵੇ ਤਾਂ ਉਸ ਨੂੰ ਕੋਈ ਨਾ ਕੋਈ ਮੁੱਦਾ ਤਾਂ ਚਾਹੀਦਾ ਸੀ ਤਾਂ ਕਿ ਸੜਕਾਂ ਤੇ ਉਤਰਿਆ ਜਾ ਸਕੇ। ਲੁਧਿਆਣਾ ਤੋਂ ਰੋਹਿਤ ਗੌੜ, ਨਿਊਜ਼ 18 ਪੰਜਾਬ। ਤੇ ਉਧਰ ਜਲੰਧਰ 'ਚ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਰਾਜੇਸ਼ ਬਾਘਾ ਦਾ ਅੱਜ ਘਿਰਾਓ ਕੀਤਾ ਗਿਆ ਜਦੋਂ ਰਾਜੇਸ਼ ਬਾਘਾ ਕਰਤਾਰਪੁਰ 'ਚ ਡਾਕਟਰ ਅੰਬੇਦਕਰ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ ਨੇ ਰਸਤੇ 'ਚ ਹੀ ਬਾਘਾ ਨੂੰ ਰੋਕ ਦਿੱਤਾ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਰਾਜੇਸ਼ ਬਾਘਾ ਨੂੰ ਹਿਰਾਸਤ 'ਚ ਲੈ ਕੇ ਥਾਣੇ ਲਿਜਾਇਆ ਗਿਆ ਤਾਂ ਥਾਣੇ 'ਚ ਵੱਡੀ ਗਿਣਤੀ 'ਚ ਭਾਜਪਾ ਵਰਕਰ ਵੀ ਪਹੁੰਚ ਗਏ। ਉਹਨਾਂ ਨੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਔਰ ਕਾਫੀ ਤਲਖੀ ਭਰਿਆ ਮਾਹੌਲ ਇੱਥੇ ਵੀ ਨਜ਼ਰ ਆਇਆ। ਸਾਰੇ ਜਣੇ ਸੀ ਜਦੋਂ ਜਾ ਰਹੇ ਸੀ ਤੇ ਸਾਨੂੰ ਪੁਲਿਸ ਨੇ ਉੱਥੇ ਰੋਕਿਆ ਕਿ ਉੱਥੇ ਪਹਿਲਾਂ ਲਾਲ ਝੰਡੇ ਵਾਲਿਆਂ ਨੇ ਫੁੱਲ ਚੜਾਉਣੇ ਆ ਤੇ ਉਸ ਤੋਂ ਬਾਅਦ ਤੁਸੀਂ ਫੁੱਲ ਅਰਪਣ ਕਰ ਲਿਆ ਤੇ ਕਾਫੀ ਦੇਰ ਵੇਟ ਕਰਨ ਤੋਂ ਬਾਅਦ ਜਦੋਂ ਸਾਨੂੰ ਲੈ ਕੇ ਚੱਲੇ ਤਾਂ ਅੱਗੇ ਉਹਨਾਂ ਨੇ ਬੱਸ ਬੁਲਾ ਕੇ ਸਾਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਿਆ। ਸਾਨੂੰ ਵਰਕਰਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਗਲਤੀ ਕੀ ਆ ਕਿ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਨੂੰ ਫੁੱਲ ਅਰਪਣ ਕਰਨਾ ਕੋਈ ਗੁਨਾਹ ਆ ਦੇਸ਼ ਵਿੱਚ ਜਾਂ ਇਹ ਸਰਕਾਰ ਜਿਹੜੀ ਕੈਪਟਨ ਸਰਕਾਰ ਆ ਇਹ ਜਾਣਬੁੱਝ ਕੇ ਇਹੋ ਜਿਹਾ ਮਾਹੌਲ ਬਣਾਉਣਾ ਚਾਹੁੰਦੀ ਆ ਕਿ ਲੋਕਾਂ 'ਚ ਜਿਹੜਾ ਉਹਨਾਂ ਦੇ ਮੁੱਦੇ ਆ, ਜਿਹੜੀਆਂ ਅਤਿਆਚਾਰ ਹੋ ਰਿਹਾ ਪੰਜਾਬ 'ਚ, ਜਿਹੜਾ ਮਹਿਲਾਵਾਂ ਦੇ ਰੇਪ ਹੋ ਰਹੇ ਆ, ਬੱਚੀਆਂ ਇੱਕ ਸਾਡੇ ਟਾਂਡੇ ਬੱਚੀ ਦਾ ਰੇਪ ਹੋ ਗਏ ਉਸ ਤੋਂ ਬਾਅਦ ਉਧਰ ਨਵਾਂ ਸ਼ਹਿਰ 'ਚ ਵੀ ਡਾਕਟਰ ਅੰਬੇਦਕਰ ਦੇ ਬੁੱਤ ਤੇ ਫੁੱਲ ਚੜਾਉਣ ਨੂੰ ਲੈ ਕੇ ਵਿਵਾਦ ਹੋ ਚੁੱਕਿਆ, ਜਿੱਥੇ ਮੁੜ ਬਹੁਜਨ ਸਮਾਜ ਪਾਰਟੀ ਦੇ ਵਰਕਰ ਪਹੁੰਚੇ ਅਤੇ ਬੁੱਤ ਨੂੰ ਧੋਤਾ। ਤਾਜ਼ੇ ਫੁੱਲਾਂ ਤੇ ਬਸਪਾ ਦੇ ਝੰਡਿਆਂ ਨਾਲ ਬੁੱਤ ਨੂੰ ਸ਼ਿੰਗਾਰਿਆ ਗਿਆ, ਜਿਸ ਤੋਂ ਬਾਅਦ ਇੱਕ ਮਾਰਚ ਕੱਢਿਆ ਗਿਆ। ਕਾਂਗਰਸ ਤੇ ਬੀਜੇਪੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਬਸਪਾ ਨੇ ਭਾਜਪਾ ਤੇ ਵਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਦਲਿਤ ਇਨਸਾਫ ਯਾਤਰਾ ਕੱਢੀ ਗਈ ਸੀ। बीजेपी सरकार मुर्दाबाद मुर्दाबाद मुर्दाबाद। बाबा डॉक्टर अंबेडकर जी अमर रहे। ਤੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੇ ਸੁਖਦੇਵ ਸਿੰਘ ਢੀਂਡਸਾ ਆਮੋ ਸਾਹਮਣੇ ਨੇ। ਭੱਠਲ ਨੇ ਢੀਂਡਸਾ ਨੂੰ ਬੀਜੇਪੀ ਦਾ ਵਿਚੋਲੀਆ ਤੱਕ ਕਹਿ ਦਿੱਤਾ ਤੇ ਰਾਜ ਸਭਾ ਦੀ ਸੀਟ ਛੱਡਣ ਦੀ ਚੁਣੌਤੀ ਵੀ ਦਿੱਤੀ, ਜਿਸ ਦੇ ਜਵਾਬ 'ਚ ਢੀਂਡਸਾ ਨੇ ਕਿਹਾ ਕਿ ਭੱਠਲ ਦੀ ਖੁਦ ਦੀ ਨਜ਼ਰ ਰਾਜ ਸਭਾ ਸੀਟ ਤੇ ਟਿਕੀ ਹੋਈ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੇ ਵਿਚਾਲੇ ਪੰਜਾਬ ਦੀ ਸਿਆਸਤ ਦੇ ਦੋ ਧੁਰੰਦਰ ਆਮੋ ਸਾਹਮਣੇ ਆ ਗਏ ਨੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਰਜਿੰਦਰ ਕੌਰ ਭੱਠਲ ਨੇ ਇਲਜ਼ਾਮ ਲਾਇਆ ਕਿ ਪੰਜਾਬ ਅੰਦਰ ਸੁਖਦੇਵ ਸਿੰਘ ਢੀਂਡਸਾ ਬੀਜੇਪੀ ਲਈ ਵਿਚੋਲੀਏ ਦੀ ਭੂਮਿਕਾ ਨਿਭਾ ਰਹੇ ਨੇ ਤਾਂ ਢੀਂਡਸਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਬੀਬੀ ਨੂੰ ਹਰ ਕੋਈ ਆਪਣੇ ਵਰਗਾ ਲੱਗਦਾ ਹੈ ਕਿਉਂਕਿ ਉਹਨਾਂ ਨੇ ਅਕਾਲੀ ਦਲ ਨਾਲ ਮਿਲ ਕੇ ਪਹਿਲੀ ਕੈਪਟਨ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਸੁਖਦੇਵ ਸਿੰਘ ਢੀਂਡਸਾ ਜੀ ਨੂੰ ਪਦਮ ਸ਼੍ਰੀ ਦਿੱਤਾ ਗਿਆ
ਤਾਂ ਕਿ ਉਹ ਉਹਨਾਂ ਦੇ ਚੰਗੀ ਤਰ੍ਹਾਂ ਪੰਜਾਬ 'ਚ ਜਿਹੜਾ ਉਹ ਕਰਨਾ ਚਾਹੁੰਦੇ ਸੀਗੇ ਉਹਦੇ ਵਿਚੋਲੀਏ ਬਣ ਜਾਣ। ਉਹਨਾਂ ਨੂੰ SGPC ਵੀ ਦਿਖਾਈ ਗਈ ਔਰ ਉਹਨਾਂ ਦੀ ਉਸ 'ਚ ਆ ਗਏ, ਜਿਹਨੂੰ ਆਪਾਂ ਕਹਿੰਦੇ ਨਾ ਉਹਦੇ ਗੱਲ 'ਚ ਆ ਗਏ, ਤਾਕ 'ਚ ਆ ਗਏ, ਫਸ ਗਏ ਹੈ ਜਾਲ ਦੇ ਵਿੱਚ। ਹੁਣ ਨਿਕਲਣਾ ਇਹਨਾਂ ਨੂੰ ਔਖਾ ਹੈ। ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਤੇ ਇਹਨੇ ਬੜੇ ਬੰਦੇ ਤਿਆਰ ਕੀਤੇ ਸੀ ਔਰ ਸਾਡੀ ਪਾਰਟੀ ਨਾਲ ਮਿਲ ਕੇ ਇਹਨੇ ਉਤੋਂ ਕਰਕੇ ਕਰਿਆ ਸੀ। ਸਾਡੇ ਲੀਡਰ ਨਾਲ ਸਰਦਾਰ ਪ੍ਰਕਾਸ਼ ਸਿੰਘ ਨਾਲ ਬਾਦਲ ਨਾਲ ਮਿਲ ਕੇ ਕੀਤੀ ਸੀ ਕਿ ਅਸੀਂ ਇਹਨੂੰ ਲਾਉਣਾ, ਮੇਰੀ ਮਦਦ ਕਰੋ। ਕੈਪਟਨ ਅਮਰਿੰਦਰ ਸਿੰਘ ਨੂੰ ਲਾਣਾ ਤੁਸੀਂ ਕਹਿ ਰਹੇ ਹੋ? ਹਾਂ, ਉਹ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਤੇ ਮੈਂ ਬਣਨਾ, ਲੈ ਕੇ ਬੈਠੀ ਰਹੀ ਸੀ ਉੱਥੇ MLA। ਬੀਬੀ ਰਜਿੰਦਰ ਕੌਰ ਪੱਠਲ ਨੇ ਸਵਾਲ ਕੀਤਾ ਕਿ ਜੇ ਢੀਂਡਸਾ ਵਾਕਈ ਕਿਸਾਨਾਂ ਦੇ ਹਿਤੈਸ਼ੀ ਨੇ ਤਾਂ ਉਹਨਾਂ ਨੂੰ ਆਪਣੀ ਰਾਜ ਸਭਾ ਦੀ ਸੀਟ ਛੱਡਣੀ ਚਾਹੀਦੀ ਹੈ, ਪਰ ਢੀਂਡਸਾ ਦਾ ਤਰਕ ਹੈ ਕਿ ਮੇਰੀ ਸੀਟ ਉੱਤੇ ਬੀਬੀ ਪੱਠਲ ਦੀ ਆਪਣੀ ਅੱਖ ਹੈ। ਜਿੱਦੇ ਰਾਜ ਸਭਾ 'ਚ ਪਾਸ ਹੋਇਆ ਗੁਲਾਮ ਨਬੀ ਆਜ਼ਾਦ ਬੋਲੇ ਆ ਖਿਲਾਫ, ਇਹ ਵੀ ਉੱਥੇ ਜੇ ਕਹਿੰਦੇ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਤੁਹਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਤੁਸੀਂ ਉੱਥੇ ਹੀ ਕਹਿੰਦੇ ਇਹ ਆਹ ਚੱਕੋ ਰਾਜ ਸਭਾ ਤੁਹਾਡੀਆਂ ਵੋਟਾਂ ਨਾਲ ਆਇਆ, ਮੈਂ ਜਾ ਕੇ ਇੱਥੇ ਬੈਠੂੰਗਾ। ਇੱਕ ਤਾਂ ਉਹਨੂੰ ਮੇਰੀ ਰਾਜ ਸਭਾ ਰੱਖਦੀ ਹੈ ਤੇ ਉਹ ਆਪ ਬਣਨਾ ਚਾਹੁੰਦੀ ਸੀ ਵੀ ਮੈਂ ਵੀ ਆਪਣੀ ਪਾਰਟੀ ਨੂੰ ਵੀ ਕਿਹਾ ਸੀ ਜਿਹੜੀ ਛੱਡੀ ਹੈ ਪਾਰਟੀ। ਜਦੋਂ ਉਹਨਾਂ ਨੇ ਮੇਰੇ ਤੇ ਕੁਐਸਚਨ ਕੀਤਾ ਸੀ ਮੈਂ ਕਿਹਾ ਮੈਂ ਛੱਡਣ ਨੂੰ ਤਿਆਰ ਹਾਂ, ਅਗਰ ਕੋਈ ਅਕਾਲੀ ਜਿੱਤ ਸਕਦਾ ਹੋਵੇ ਤਾਂ ਮੈਨੂੰ ਮੇਰੇ ਕੋਲ ਦੱਸੋ। ਇਹ ਪੱਠਲ ਨੂੰ ਇਹ ਹੈ ਕਿ ਜੇ ਛੱਡਣ ਤਾਂ ਮੈਂ ਸ਼ਾਇਦ ਚਲੀ ਜਾਵਾਂ, ਉਹਦੀ ਇਹ ਕੋਈ ਲਾਲਸਾ ਪੂਰੀ ਨਹੀਂ ਹੋ ਸਕਦੀ। ਕੇਂਦਰ ਸਰਕਾਰ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਮਿਲੇ ਪਦਮ ਭੂਸ਼ਣ ਤੇ ਵੀ ਪੱਠਲ ਨੇ ਸਵਾਲ ਕਰਦਿਆਂ ਪੁੱਛਿਆ ਕਿ ਇਹ ਕੇਂਦਰ ਵੱਲੋਂ ਦਿੱਤਾ ਗਿਆ ਲਾਲਚ ਨਹੀਂ, ਢੀਂਡਸਾ ਦੀ ਅਜਿਹੀ ਕਿਹੜੀ ਪ੍ਰਾਪਤੀ ਹੈ ਜਿਸ ਤੇ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਪਰ ਢੀਂਡਸਾ ਦਾ ਤਰਕ ਹੈ ਕਿ ਉਹ ਬੀਬੀ ਪੱਠਲ ਦੇ ਸਵਾਲਾਂ ਕਰਕੇ ਹੀ ਪਦਮ ਭੂਸ਼ਣ ਵਾਪਸ ਨਹੀਂ ਕਰਨਗੇ। ਅੱਜ ਵੀ ਇਹ ਆਪਣਾ ਪਦਮ ਸ਼੍ਰੀ ਵੀ ਜੇ ਪੰਜਾਬ ਦੇ ਲੋਕਾਂ ਦਾ ਅਪਮਾਨ ਕਰਦੇ ਹੋ, ਉਹਨਾਂ ਦੀ ਜਾਨ ਲੈਂਦੇ ਹੋ, ਮੈਂ ਤੁਹਾਡਾ ਪਦਮ ਸ਼੍ਰੀ ਆ ਤੁਹਾਡੇ ਮੂੰਹ ਤੇ ਮਾਰਦਾ। ਲੇਕਿਨ ਅਜੇ ਤੱਕ ਮੈਂ ਹੈਰਾਨ ਆ ਕਿ ਕਿਹੜਾ ਵੇਲਾ ਡੀਕਦੇ ਆ। ਮੈਂ ਤਾਂ ਕਿਹਾ ਸੀ, ਮੈਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਅਗਰ ਮੇਰੇ ਪਦਮ ਭੂਸ਼ਣ ਨਾਲ ਉਹਨਾਂ ਦਾ ਕੋਈ ਫਾਇਦਾ ਹੋ ਸਕਦਾ ਆਈ ਐਮ ਰੈਡੀ। ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਲੜਾਈ ਲੜ ਰਹੀਆਂ ਉਹਨਾਂ ਕਹਿ ਦੋ ਮੈਂ ਪੱਠਲ ਤੇ ਕਹਿ ਤੂੰ ਥੋੜਾ ਵਾਪਸ ਕਰ ਦੂੰਗਾ। ਪੱਠਲ ਤੇ ਢੀਂਡਸਾ ਦੋਵੇਂ ਸੰਗਰੂਰ ਜ਼ਿਲ੍ਹੇ ਦੀ ਸਿਆਸਤ ਦੇ ਨਾਲ ਸੰਬੰਧ ਰੱਖਦੇ ਨੇ। ਦੋਵਾਂ ਵਿਚਾਲੇ ਸਿਆਸੀ ਟਸਲ ਪੁਰਾਣੀ ਹੈ ਅਤੇ ਕਿਸਾਨੀ ਮੁੱਦੇ ਨੇ ਸਿਆਸੀ ਖਹਿਬਾਜ਼ੀ ਨੂੰ ਨਵੀਂ ਹਵਾ ਦਿੱਤੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18। ਤੇ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਅੱਜ ਦੂਜੇ ਪੜਾਅ ਦਾ ਆਗਾਜ਼ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ। 167 ਸ਼ਹਿਰਾਂ ਤੇ ਕਸਬਿਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਗੱਲ ਕਹੀ ਗਈ ਹੈ। ਸ਼ਹਿਰਾਂ 'ਚ 24 ਘੰਟੇ ਬਿਜਲੀ ਸਪਲਾਈ ਸਣੇ ਹੋਰ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ। 700 ਕਰੋੜ ਦੇ ਪ੍ਰੋਜੈਕਟਾਂ ਦਾ ਵਰਚੁਅਲ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ। ਪਹਿਲੇ ਪੜਾਅ 'ਚ 3000 ਕਰੋੜ ਰੁਪਏ ਦੇ ਕੰਮ ਹੋਏ ਨੇ। ਹੁਣ ਦੂਸਰੇ ਪੜਾਅ ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਵੱਲੋਂ ਕੀਤੀ ਗਈ ਹੈ। ਮੈਨੂੰ ਤਾਂ ਯਾਦ ਹੈ ਜਦੋਂ ਮੈਂ ਆਪਣੀ ਸਿਆਸਤ ਸ਼ੁਰੂ ਕੀਤੀ ਸੀ ਉਦੋਂ ਕੋਈ ਪਾਣੀ ਵੀ ਨਹੀਂ ਸੀ, ਉਹ ਹੈਂਡ ਪੰਪ ਹੀ ਲਾਉਂਦੇ ਸੀ ਸਾਰੇ। ਐਂਡ ਹਾਊ ਜ਼ਮਾਨਾ ਬਦਲ ਗਿਆ, ਹੁਣ ਹੈਲਥ ਦੀ ਕੌਨਸ਼ੀਅਸਨੈਸ ਆ ਗਈ ਹੈ। ਸੋ ਅਸੀਂ ਡਿਸਾਈਡ ਕੀਤਾ ਕਿ ਜਿਹੜੇ ਵੱਡੇ ਸ਼ਹਿਰ ਨੇ 5 ਉਹਨਾਂ 'ਚ ਅਸੀਂ ਵੀ ਸ਼ੁੱਡ ਬ੍ਰਿੰਗ ਇਰੀਗੇਸ਼ਨ, ਆਪਣਾ ਨਹਿਰੀ ਪਾਣੀ ਉੱਥੋਂ ਲਿਆਉਣਾ ਚਾਹੀਦਾ ਸਾਨੂੰ। ਔਰ ਉਹ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ 4 ਟੂ ਬਿਗਿਨ ਵਿਦ, ਔਰ ਬਠਿੰਡਾ ਫਿਰ ਬਾਅਦ 'ਚ ਆਊਗਾ। ਤੋ ਇਹ 4 ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਹੋਈ ਹੈ। ਦੂਸਰਾ ਸੂਏਜ ਅਸੀਂ 116 ਸ਼ਹਿਰਾਂ ਦੇ ਵਿੱਚ ਕੰਮ ਸ਼ੁਰੂ ਹੋਇਆ ਹੈ। ਅਕਤਾਰੀ ਸ਼ਹਿਰ ਦੇ ਵਿੱਚ ਆਲਰੇਡੀ ਸਟਾਰਟਡ ਤੇ ਔਰ ਇਸ ਸਾਲ ਮੁੱਕਣਾ ਚਾਹੀਦਾ ਹੈ ਔਰ 65 ਸ਼ਹਿਰਾਂ ਦੇ ਵਿੱਚ ਅਸੀਂ ਅਗਲੇ ਸਾਲ ਤਾਈਂ ਮੁਕਾ ਦਾਂਗੇ। ਇਹਦੇ ਲਈ ਤਕਰੀਬਨ 4000 ਕਰੋੜ ਰੁਪਈਆ ਵੀ ਆ ਸਪੈਂਡਿੰਗ ਔਨ ਦਿਸ ਵਾਟਰ ਸਕੀਮਸ। ਇਹ ਸਭ ਤੋਂ ਦੇਖੋ ਪਾਣੀ ਬਗੈਰ ਤਾਂ ਕੋਈ ਨਹੀਂ ਰਹਿ ਸਕਦਾ। ਐਂਡ ਗੁੱਡ ਵਾਟਰ ਆਪਣੇ ਬੱਚਿਆਂ ਦੀ ਸਿਹਤ ਵਾਸਤੇ, ਆਪਣੇ ਆਪ ਦੀ ਸਿਹਤ ਵਾਸਤੇ ਔਰ ਆਪਣੇ ਸ਼ਹਿਰ ਵਾਸਤੇ ਬਹੁਤ ਜ਼ਰੂਰੀ ਹੈ। ਸੋ ਪੈਸਿਆਂ ਦੀ ਕੋਈ ਘਾਟ ਨਹੀਂ, ਵੀ ਹੈਵ ਮੈਨੇਜ ਟੂ ਅਰੇਂਜ। ਇਹ ਅਸੀਂ 1.5 ਲੱਖ ਗਰੀਬਾਂ ਵਾਸਤੇ ਘਰ ਬਣਾਉਣਾ ਚਾਹੁੰਦੇ ਹਾਂ ਜਿਨ੍ਹਾਂ ਤੇ ਕੋਈ ਗੁੰਜਾਇਸ਼ ਨਹੀਂ ਘਰ ਬਣਾਉਣ ਦੀ। ਔਰ ਉਹਦੇ ਵਿੱਚੋਂ 93,000 ਸੈਂਕਸ਼ਨ ਹੋ ਗਏ ਨੇ ਘਰ ਔਰ 28,000 ਇਹਨਾਂ ਦੇ ਵਿੱਚੋਂ ਪੂਰੇ ਵੀ ਹੋ ਗਏ ਨੇ, ਕੰਪਲੀਸ਼ਨ ਹੋ ਗਈ ਇਹਨਾਂ ਦੀ। ਤੋ ਉਹ ਵੀ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਕਿ ਗਰੀਬ ਉਹਦੇ ਵਿੱਚ ਰਹਿ ਸਕਣ। ਤਾਂ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੀ ਅੱਜ ਦੂਜੇ ਪੜਾਅ ਦੀ ਸ਼ੁਰੂਆਤ ਮੁੱਖ ਮੰਤਰੀ ਨੇ ਵਰਚੁਅਲੀ ਕੀਤੀ। ਵੱਖ-ਵੱਖ ਥਾਵਾਂ ਤੇ ਅਧਿਕਾਰੀ ਮੌਜੂਦ ਸੀ, ਕਈ ਕੈਬਨਿਟ ਮੰਤਰੀ ਵੀ ਆਪਣੇ ਹਲਕਿਆਂ ਦੇ ਵਿੱਚ ਮੌਜੂਦ ਰਹੇ ਔਰ ਮੁੱਖ ਮੰਤਰੀ ਨੇ ਵਰਚੁਅਲੀ ਸਾਰਿਆਂ ਦੇ ਨਾਲ ਗੱਲਬਾਤ ਕੀਤੀ। ਕੀ ਸਹੂਲਤਾਂ ਸ਼ਹਿਰਾਂ ਨੂੰ ਦਿੱਤੀਆਂ ਜਾਣੀਆਂ ਨੇ ਉਸ ਬਾਰੇ
ਚਰਚਾ ਹੋਈ। 24 ਘੰਟੇ ਬਿਜਲੀ ਸਪਲਾਈ, ਵਾਟਰ ਸਪਲਾਈ, ਸੀਵਰੇਜ ਜਿੱਥੇ ਕਿਤੇ ਕੰਮ ਰੁਕੇ ਹੋਏ ਨੇ। ਇਸ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਇਹਨਾਂ ਪ੍ਰੋਜੈਕਟਾਂ ਨੂੰ ਕੰਪਲੀਟ ਕੀਤਾ ਜਾਵੇਗਾ। ਪਹਿਲੇ ਪੜਾਅ 'ਚ 3000 ਕਰੋੜ ਦੇ ਕੰਮ ਹੋਏ ਨੇ। ਤੇ ਗੱਲ ਮਹਿੰਗਾਈ ਦੀ ਕਰਦੇ ਆ। ਮਹਿੰਗਾਈ ਦੇ ਇਸ ਦੌਰ 'ਚ ਸਬਜ਼ੀਆਂ ਦੇ ਵਾਧੇ ਭਾਅ ਆਮ ਲੋਕਾਂ ਲਈ ਵੱਡੀ ਸਮੱਸਿਆ ਖੜੀ ਕਰ ਰਹੇ ਨੇ। ਆਲੂ ਤੇ ਪਿਆਜ਼ ਦੇ ਰੇਟ ਆਮ ਜਨਤਾ ਦੇ ਵੱਸ ਤੋਂ ਬਾਹਰ ਹੋ ਗਏ ਨੇ। ਆਲੂ ਇਸ ਸਮੇਂ ਮਾਰਕੀਟ 'ਚ 50 ਰੁਪਏ ਤੇ ਪਿਆਜ਼ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ, ਜਿਸ ਕਾਰਨ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਲੂ ਤੇ ਪਿਆਜ਼ ਦੇ ਰੇਟ ਵਧਣ ਨਾਲ ਗ੍ਰਾਹਕਾਂ ਦੀ ਗਿਣਤੀ ਹੀ ਘਟ ਗਈ ਹੈ। ਉੱਤੇ ਹੀ ਗ੍ਰਾਹਕਾਂ ਦਾ ਕਹਿਣਾ ਹੈ ਕਿ ਕਾਲਾ ਬਾਜ਼ਾਰੀ ਤੇ ਜਮਾਖੋਰੀ ਦੇ ਕਾਰਨ ਆਲੂ ਤੇ ਪਿਆਜ਼ ਦੇ ਰੇਟ ਵਧੇ ਨੇ, ਜਿਸ ਤੇ ਸਰਕਾਰ ਨੂੰ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ। ਤੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।